Hi future birds, welcome back to my channel. ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 10th PSCB Geography ਦਾ second chapter which is Biogeography. ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ MCQs। Biogeography ਕੀ ਹੈ? It is a comprehensive study of living things। ਗੱਲ ਕਰਾਂਗੇ ਇਹਦੇ ਵਿੱਚ ਡਿਟੇਲ 'ਚ ਆਪਾਂ ਅੱਗੇ। How many biogeographical zones do we have in India? So we have 10। ਆਪਣੇ ਕੋਲ ਕਿੰਨੇ biogeographic zones ਹੈ ਇੰਡੀਆ ਦੇ ਵਿੱਚ? 10 ਹੈ। ਉਸ ਤੋਂ ਬਾਅਦ ਹੈ a mega diverse country must hold at least dash species of endemic plants and border marine ecosystems। ਕੀ ਅਮਾਊਂਟ ਦੱਸੀ ਗਈ ਹੈ? at least 5000। ਕਹਿੰਦੇ ਆ ਇੱਕ ਮੈਗਾ ਡਾਈਵਰਸ ਕੰਟਰੀ ਹੋਣ ਲਈ ਯੂ ਮਸਟ ਹੈਵ 5000 ਘੱਟੋ ਘੱਟ 5000 ਸਪੀਸ਼ੀਜ਼ ਆਫ ਐਂਡੇਮਿਕ ਪਲਾਂਟਸ ਐਂਡ ਬਾਰਡਰ ਮਰੀਨ ਈਕੋਸਿਸਟਮਸ। ਕੀ ਹੁੰਦੇ ਆ? ਆਪਾਂ ਸਾਰਾ ਟੌਪਿਕ ਬਾਈ ਟੌਪਿਕ ਡਿਸਕਸ ਕਰਾਂਗੇ ਕੁਐਸਚਨ ਦੇ ਵਿੱਚ। ਇੱਕ ਵਾਰੀ MCQs ਖਤਮ ਕਰਦੇ ਹਾਂ। There are dash biodiversity hotspots in India। 4 biodiversity hotspots in India ਨੇ। IUCN stands for International Union for Conservation of Nature। Next is Indian government has established dash biosphere reserves in India। 18 biosphere reserves हैं ਧਿਆਨ ਨਾਲ। ਔਰ ਬਾਇਓਡਾਇਵਰਸਿਟੀ ਜਿਹੜੇ ਹੌਟਸਪੌਟਸ ਆ ਉਹ 4 ਇੰਡੀਆ ਦੇ ਵਿੱਚ। ਠੀਕ ਹੈ। I'm so sorry। ਅੱਗੇ ਚੱਲਦੇ ਹਾਂ। Lonar Lake is located in Maharashtra। Next is which pair among the following is least found in Punjab presently? Sparrow and cat। Start ਕਰਦੇ ਹਾਂ question answers ਤੋਂ। First question is define biogeography। So biogeography is the comprehensive study of living and pulsating entities। It includes the biotic or animate world and its spatial distribution patterns। Biogeography can be defined as a descriptive study of flora and fauna in all physical domains of land, water, and air as a part of food chains and complex food webs। यानी कि बायोजियोग्राफी की है एक कॉम्प्रिहेंसिव यानी डिटेल्ड एक स्टडी है लिविंग और पल्सेटिंग एंटिटीज की। ठीक है। इट इंक्लूड्स बायोटिक यानी कि जितने भी अपने साह लेने वाले एनिमेट वर्ड है, इनएनिमेट नहीं है, इनएनिमेट नॉन लिविंगली यूज होता है। बायोटिक यानी जिंदा ਜਿਹੜੇ ਆਪਣੇ ਜੋ ਵੀ ਚੀਜ਼ ਜ਼ਿੰਦਾ ਹੈ ਵੈਦਰ ਇਟ ਇਜ਼ ਫਲੋਰਾ ਫੋਨਾ ਐਵਰੀ ਪਲਾਂਟ ਐਵਰੀ ਐਨੀਮਲ ਐਵਰੀ ਕਾਈਂਡ ਆਫ ਥਿੰਗ ਉਹਦੀ ਸਪੇਸ਼ੀਅਲ ਅਰੇਂਜਮੈਂਟ ਕੀ ਹੈ, ਕਿਸ ਤਰ੍ਹਾਂ ਉਹ ਰਹਿ ਰਹੇ ਨੇ, ਕਿਸ ਤਰ੍ਹਾਂ ਉਹ ਡਿਸਟਰੀਬਿਊਟਿਡ ਹੈ, ਕਿਹੜੀ ਜਗ੍ਹਾ 'ਤੇ ਹੈ ਹੈ ਹਰ ਲੈਂਡ ਵਾਟਰ ਏਅਰ 'ਤੇ ਜਿੰਨੇ ਵੀ ਪੋਸੀਬਲ ਫਲੋਰਾ ਫੋਨਾ ਹੈ ਹਰ ਇੱਕ ਦੀ ਜੋ ਕੰਪਰੀਹੈਂਸਿਵ ਡਿਸਕ੍ਰਿਪਟਿਵ ਸਟੱਡੀ ਹੈ ਯਾਨੀ ਕਿ ਪੂਰੀ ਡਿਟੇਲ ਸਟੱਡੀ ਹੈ ਐਜ਼ ਅ ਉਹ ਕਿੱਥੇ ਪਾਰਟ ਆਫ ਫੂਡ ਚੇਨ ਹੈ, ਕਿਸ ਫੂਡ ਚੇਨ 'ਚ ਕੀ ਰੋਲ परफॉर्म कर रहे हैं, वेदर इट इज़ प्रोड्यूसर कंपोजर की है, डीकंपोजर है, हर्बीवोर है, कंज्यूमर है, कॉम्पलैक्स फूड वैब्स ਵਿੱਚ ਉਹਦਾ ਕੀ ਰੋਲ ਹੈ ਉਹ ਸਭ ਆਪਾਂ ਬਾਇਓਜੀਓਗ੍ਰਾਫੀ 'ਚ ਪੜ੍ਹਦੇ ਹਾਂ। ਨੈਕਸਟ ਇਜ਼ ਨੇਮ ਦ ਟਾਈਪਸ ਆਫ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਕੈਨ ਬੀ ਡਿਵਾਈਡਡ ਇਨਟੂ 3 ਟਾਈਪਸ। ਜੈਨੇਟਿਕ ਡਾਇਵਰਸਿਟੀ, ਸਪੀਸ਼ੀਜ਼ ਡਾਇਵਰਸਿਟੀ ਐਂਡ ਈਕੋਸਿਸਟਮ ਡਾਇਵਰਸਿਟੀ। ਇਹਦੀ ਗੱਲ ਕਰਦੇ ਹਾਂ। ਜੈਨੇਟਿਕ ਡਾਇਵਰਸਿਟੀ। ਜੈਨੇਟਿਕ ਡਾਇਵਰਸਿਟੀ ਰੈਫਰਸ ਟੂ ਦ ਵੇਰੀਏਸ਼ਨ ਆਫ ਜੀਨਸ ਵਿਦ ਇਨ ਦ ਸਪੀਸ਼ੀਜ਼। ਦੇਖੋ ਮੇਰੇ ਕੋਲ ਇੱਕ ਸਪੀਸ਼ੀਜ਼ ਹੈ ਰੈਟ, ਇੱਕ ਸਪੀਸ਼ੀਜ਼ ਹੈ ਲੈਟਸ ਸੇ ਕੈਟ, ਇੱਕ ਹੈਗੀ ਹੈ ਡੋਂਕੀ ਲੈਟਸ ਸੇ। ਇਹ ਤਿੰਨੋਂ ਜਿਹੜੇ ਨੇ ਤਿੰਨਾਂ ਦੇ ਜੀਨਸ ਦੇ ਵਿੱਚ ਫਰਕ ਹੈ। ਤਿੰਨਾਂ ਦੇ ਵਿੱਚ ਹੈ ਤਾਂ DNA ਲੇਕਿਨ DNA 'ਚ ਕੁਝ ਚੇਂਜਿਸ ਹੈ, ਕੁਛ ਵੇਰੀਏਸ਼ਨਸ ਹੈ ਯਾਨੀ ਅਲੱਗ-ਅਲੱਗ ਹੈ ਤਾਂ ਹੀ ਅਲੱਗ-ਅਲੱਗ ਸਪੀਸ਼ੀਜ਼ ਬਣ ਗਏ। ਸੋ ਡਿਫਰੈਂਟ ਸਪੀਸ਼ੀਜ਼ ਦੇ ਵਿੱਚ ਤਾਂ ਹੁੰਦੀ ਹੈ ਜੈਨੇਟਿਕ ਡਾਇਵਰਸਿਟੀ ਲੇਕਿਨ ਆਪਾਂ ਵਿਦਿਨ ਸਪੀਸ਼ੀਜ਼ ਗੱਲ ਕਰੀਏ ਇੱਕ ਸਪੀਸ਼ੀਜ਼ ਦੀ ਦੂਜੀ ਸਪੀਸ਼ੀਜ਼ ਨਾਲ ਮੇਰੀ ਔਰ ਮੇਰੀ ਮੋਮ ਦੇ DNA ਦੇ ਵਿੱਚ ਵੀ ਫਰਕ ਹੋਏਗਾ। ਇਟ ਇਜ਼ ਨਾਟ ਐਗਜ਼ੈਕਟਲੀ ਸੇਮ। ਸੋ ਜੈਨੇਟਿਕ ਡਾਇਵਰਸਿਟੀ ਰੈਫਰਸ ਟੂ ਵੇਰੀਏਸ਼ਨ ਆਫ ਜੀਨਸ ਵਿਦਿਨ ਸਪੀਸ਼ੀਜ਼। ਇੱਕ ਦੀ ਸਪੀਸ਼ੀਜ਼ ਦੀ ਇੱਕ ਸਪੀਸ਼ੀਜ਼ ਦੀ ਦੂਜੀ ਸਪੀਸ਼ੀਜ਼ ਨਾਲ ਵੀ ਡਿਫਰੈਂਸ ਹੋ ਸਕਦੇ ਹੈ, ਇੱਕ ਦੇ ਖੁਦ ਦੀ ਸਪੀਸ਼ੀਜ਼ ਨਾਲ ਵੀ ਡਿਫਰੈਂਸ ਹੋ ਸਕਦੇ ਹੈ। ਨੈਕਸਟ ਇਜ਼ ਸਪੀਸ਼ੀਜ਼ ਡਾਇਵਰਸਿਟੀ। ਆ ਦੇਖੋ ਸਪੀਸ਼ੀਜ਼ ਡਾਇਵਰਸਿਟੀ ਇਜ਼ ਐਕਸੈਸਡ ਇਨ ਦ ਟਰਮਸ ਆਫ ਨੰਬਰ ਆਫ ਸਪੀਸ਼ੀਜ਼ that are in the range of different types of species in an area। ਮਤਲਬ ਮੇਰੇ ਕੋਲ ਇੱਕ ਏਰੀਆ ਹੈ, ਉਸ ਏਰੀਆ ਦੇ ਅੰਦਰ ਕਿੰਨੀ ਤਰ੍ਹਾਂ ਦੀ ਸਪੀਸ਼ੀਜ਼ ਹੋ ਸਕਦੀ ਹੈ। ਜਸਟ ਤੁਸੀਂ ਮੇਰਾ ਘਰ ਹੀ ਲੈ ਲਓ, ਮੇਰੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜਸਟ ਅਜ਼ਿਊਮ ਇਟ ਕਿ ਉਹ ਤੁਹਾਡਾ ਇੱਕ ਏਰੀਆ ਹੈ, ਉੱਥੇ ਸਪੀਸ਼ੀਜ਼ ਕਾਊਂਟ ਕਰੋ ਕਿੰਨੀ ਸਪੀਸ਼ੀਜ਼ ਨਿਕਲਣਗੀਆਂ। ਤੁਹਾਡੇ ਘਰ 'ਚ ਰੈਟ ਹੋਏਗਾ, ਕਿਸੇ ਨੇ ਅਗਰ ਗਊ ਪਾਲੀ ਹੋਏ, ਮੱਝ ਪਾਲੀ ਹੋਏ ਉਹ ਵੀ ਇੱਕ ਸਪੀਸ਼ੀਜ਼ ਹੈ। ਹਿਊਮਨ ਹੋਮੋਸੇਪੀਅਨਸ ਇੱਕ ਸਪੀਸ਼ੀਜ਼ ਹੈ। ਇੱਕ ਪਰਟੀਕੂਲਰ ਏਰੀਆ ਦੇ ਅੰਦਰ ਕਿੰਨੀ ਸਪੀਸ਼ੀਜ਼ ਹੋ ਸਕਦੀ ਹੈ। ਕਾਕਰੋਚ ਹੋਏਗਾ ਤੁਹਾਡੇ ਘਰੇ, ਹੋਣਾ ਨਹੀਂ ਚਾਹੀਦਾ ਬਟ ਹੋਏਗਾ। ਅਫਕੋਰਸ ਲੀਜ਼ਰਡ ਹੋਏਗੀ। ਸੋ ਦੇਰ ਆਰ ਲੋਟਸ ਆਫ ਸਪੀਸ਼ੀਜ਼ ਰਾਈਟ। ਉਹ ਸਪੀਸ਼ੀਜ਼ ਦੀ ਡਾਇਵਰਸਿਟੀ ਹੋ ਗਈ ਕਿ ਆਪਣੇ ਆਪਸ ਦੇ ਵਿੱਚ ਡਾਇਵਰਸਿਟੀ ਸਮਝ ਰਹੇ ਹੋ ਅਲੱਗ-ਅਲੱਗ ਹੋਣਾ। ਈਕੋਸਿਸਟਮ ਡਾਇਵਰਸਿਟੀ, ਈਕੋਸਿਸਟਮ ਦੇ ਵਿੱਚ ਡਾਇਵਰਸਿਟੀ ਹੈ ਬਾਈ ਕਿਵੇਂ ਹੈ। ਰਾਜਸਥਾਨ ਡੈਜ਼ਰਟ ਏਰੀਆ ਹੈ, ਪੰਜਾਬ ਲੈਂਡ ਏਰੀਆ ਹੈ, ਹਿਮਾਲਿਆਜ਼ ਹੋ ਗਏ ਜਿਹੜੇ ਹਿਮਾਚਲ ਪ੍ਰਦੇਸ਼ ਹੋ ਗਿਆ, ਹਰਿਆਣਾ ਨਹੀਂ ਹਿਮਾਚਲ ਪ੍ਰਦੇਸ਼ ਮਾਊਂਟੇਨ ਏਰੀਆ ਹੈ।
ਇਹ ਹੋ ਗਈ ਈਕੋਸਿਸਟਮ ਵਾਲੀ ਡਾਇਵਰਸਿਟੀ। ਬ੍ਰੌਡ ਡਿਫਰੈਂਸਿਸ ਹੋਣਾ ਈਕੋਸਿਸਟਮ ਟਾਈਪਸ ਦੇ ਵਿੱਚ, ਹੈਬੀਟੈਟਸ ਦੇ ਵਿੱਚ, ਇਕੋਲੋਜੀਕਲ ਪ੍ਰੋਸੈਸਿਸ ਜਿਹੜੇ ਉੱਥੇ ਹੋ ਰਹੇ ਹੈ। ਠੀਕ ਹੈ, ਥੋੜ੍ਹਾ ਜਿਹਾ ਇਹਨੂੰ ਇਰੇਜ਼ ਕਰ ਦਿੰਦੇ ਹਾਂ, ਅਗਰ ਕਿਸੇ ਬੱਚੇ ਨੇ ਸਕਰੀਨਸ਼ਾਟ ਵਗੈਰਾ ਲੈਣਾ ਹੋਏ ਕੁਐਸਚਨਸ ਦਾ ਤਾਂ ਉਹ ਲੈ ਸਕਦਾ ਹੈ। ਠੀਕ ਹੈ, ਓਕੇ, ਅੱਗੇ ਚੱਲਦੇ ਹਾਂ। ਨੇਮ ਦ ਬਾਇਓਡਾਇਵਰਸਿਟੀ ਹॉटस्पॉट in India, hotspots of India. The biodiversity hotspots in India are Himalaya region comprised of western and central ranges falling in India, Nepal, Bhutan, Indo-Burma, includes entire northeastern India and mountainous parts of Myanmar, Andaman and Nicobar group of islands, and Indonesian archipelago, Western Ghats and Sri Lanka, Terai Dwar, Savannah and Sunderland. ਦੇਖੋ ਇਹ ਤਾਂ ਤੁਹਾਨੂੰ ਨਾਮ ਯਾਦ ਰੱਖਣੇ ਪੈਣਗੇ ਬਾਇਓਡਾਇਵਰਸਿਟੀ ਹॉटस्पॉट ਦੇ। ਮੈਂ ਤੁਹਾਨੂੰ ਕੀ ਸਮਝਾਵਾਂ, ਬੇਸਿਕਲੀ ਨਾਮ ਦਿੱਤੇ ਹੋਏ ਆ, ਨਾਮ ਇਹਨਾਂ ਨੂੰ 2-3 ਵਾਰ ਲਿਖ ਲਿਖ ਕੇ ਯਾਦ ਕਰੋਗੇ ਹੋ ਜਾਣਗੇ। Next is write a short note on Sundarbans. So the Ganges Brahmaputra Delta of Sundarbans is the largest delta in the world, which is commonly asked question. It is also known as Sundarban Delta, Ganges Delta, या Brahmaputra Delta, या Bengal Delta. Delta ਕੀ ਹੁੰਦਾ ਵੈਸੇ? Write now in the comments. जल्दी जल्दी जल्दी. Very good. The Sundarban Delta is of global importance. ये अपनी globally बहुत ज़रूरी है। क्यों? ਜਿਹੜਾ Royal Bengal tiger ਹੈ, that is the main animal found here. Its area is 9630 square kilometer. It is only mangrove habitat in the world. Mangrove habitat ਸਮਝ ਰਹੇ, ਦਲਦਲੀ ਏਰੀਆ, ਇੱਥੇ ਸਾਰੇ ਉਬਲੇ ਪਲਾਂਟਸ ਪਾਏ ਜਾਂਦੇ ਹੈ। ਪੂਰੇ ਵਰਲਡ ਦਾ ਓਨਲੀ ਇਕਲੌਤਾ ਐਸਾ ਹੈਬਿਟੇਟ ਹੈ ਇਹ ਜਿੱਥੇ ਮੈਨਗਰੋਵ ਵਾਲੀ ਵੈਜੀਟੇਸ਼ਨ ਮਿਲਦੀ ਹੈ ਸਾਰੇ। ਰਾਈਟ ਅ ਨੋਟ ਅਬਾਊਟ ਲੋਕੇਸ਼ਨ ਆਫ ਗਲਫ ਆਫ ਮਨਾਰ। So the Gulf of Mannar is considered to be one of the richest area in the world from the point of view of marine biodiversity. Marine ਸਮਝ ਰਹੇ ਹੋ, ਜਿਹੜੀ ਖਾਰੇ ਪਾਣੀ ਦੇ ਵਿੱਚ ਬਾਇਓਡਾਇਵਰਸਿਟੀ ਮਿਲ ਰਹੀ ਹੈ, whether it is flora fauna ਉੱਥੋਂ ਦੀ ਉਹ ਸਭ ਤੋਂ ਜ਼ਿਆਦਾ ਕਿੱਥੇ ਪਾਈ ਜਾ ਰਹੀ ਹੈ? ਗਲਫ ਆਫ ਮਨਾਰ ਦੇ ਵਿੱਚ। ਇਟ ਇਜ਼ ਰਿਚ ਇਨ ਮਰੀਨ ਬਾਇਓਡਾਇਵਰਸਿਟੀ ਡਿਊ ਟੂ ਇਟਸ ਯੂਨੀਕ ਬਾਇਓਡਾਇਵਰਸਿਟੀ। ਅਫਕੋਰਸ ਸੇਮ ਗੱਲ ਲਿਖੀ ਹੋਈ ਹੈ ਕਿ ਬਹੁਤ ਜ਼ਿਆਦਾ ਯੂਨੀਕ ਹੈ, ਨਵੇਂ ਨਵੇਂ ਤਰੀਕੇ ਦੇ ਆਪਾਂ ਨੂੰ ਉੱਥੇ ਮਿਲ ਜਾਣਗੇ ਸਪੀਸ਼ੀਜ਼ ਦੇਖਣ ਨੂੰ। The Gulf of Mannar is an area of 10,500 square kilometers. The dugong marine mammal is the dominant animal there. ਜਦਕਿ ਇੱਥੇ ਸੁੰਦਰਬੰਸ ਦੇ ਵਿੱਚ ਕੌਣ ਸੀ? Royal Bengal tiger. ਠੀਕ ਹੈ, ਥੋੜਾ ਜਿਹਾ ਯਾਦ ਰੱਖਣਾ ਹੈ। The Indian part of Gulf of Mannar extends from Rameshwar Island in north to Kanyakumari in the south of Tamil Nadu and Sri Lanka. Next is how are biodiversity and economic development helpful to one another? Conservation and sustainable use of biodiversity is an integral part of Indian culture. 7 to 8% of the world's species live in 2.4% of the world's total land area. 40% of the world's economy and 80% of the needs of the poor are derived from the biological sources. क्योंकि ਕੁਐਸਚਨ ਆਪਾਂ ਨੂੰ ਪੁੱਛ ਰਿਹਾ ਕਿ ਜਿੰਨੀ ਆ ਬਾਇਓਡਾਇਵਰਸਿਟੀ ਬਣਾਈ ਹੈ, ਜਿੰਨੀ ਵੀ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ, ਇਹ ਆਪਾਂ ਨੂੰ ਕਿਵੇਂ ਕੰਮ ਆ ਰਹੀ ਹੈ, ਇੱਕ ਦੂਜੇ ਦੀ ਕਿਵੇਂ ਕੰਮ ਆ ਰਹੀ ਹੈ। ਸੋ ਅਗਰ ਆਪਾਂ ਗੱਲ ਕਰੀਏ ਆਪਣੀ ਇੰਡੀਆ ਦੇ ਕਲਚਰ ਦੇ ਵਿੱਚ ਹੀ ਰਿਹਾ ਕੰਜ਼ਰਵੇਸ਼ਨ ਔਰ ਸਸਟੇਨੇਬਲ ਯੂਜ਼ ਕਰਨਾ ਬਾਇਓਡਾਇਵਰਸਿਟੀ ਦਾ। ਆਪਣੇ ਤਾਂ ਪਲਾਂਟਸ ਨੂੰ ਵੀ ਪੂਜਦੇ ਆ, ਨੀਮ ਮੈਡੀਸਿਨਲ ਪਲਾਂਟਸ ਹੀ ਨੀਮ ਨੂੰ ਪੂਜਦੇ ਆ, ਪੂਜਦੇ ਸ਼ਾਇਦ, ਆਈ ਡੋਂਟ ਨੋ, ਪੀਪਲ ਨੂੰ ਤਾਂ ਸ਼ਾਇਦ ਕਰਦੇ ਆ, ਮੇਰੇ ਧਿਆਨ 'ਚ ਵੀ ਨਹੀਂ ਐਕਚੁਅਲੀ, ਆਈ ਐਮ ਸੋ ਸੌਰੀ। ਬਟ ਹਾਂ, ਆਪਣੇ ਇੰਡੀਅਨ ਦੇ ਕਲਚਰ ਵਿੱਚ ਹੈ, ਇੰਡੀਆ ਦੇ ਕਲਚਰ 'ਚ ਹੈ। ਫੋਰ ਐਗਜ਼ਾਮਪਲ ਫਾਇਰ ਇਜ਼ ਆਲਸੋ ਵਰਸ਼ਿਪਡ। ਸੋ ਕਹਿਣ ਦਾ ਮਤਲਬ ਹੈ ਵੀ ਹੈਵ ਦੈਟ ਥਿੰਕ ਕਿ ਆਪਾਂ ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰੀਏ, ਬਚਾਈਏ ਅਤੇ ਉਹਦਾ ਸਸਟੇਨੇਬਲ ਯੂਜ਼ ਕਰੀਏ। ਇੰਡੀਅਨ ਕਲਚਰ ਦੇ ਅੰਦਰ ਹੈ, ਠੀਕ ਹੈ। 7 ਤੋਂ 8% ਆਫ ਦ ਵਰਲਡ ਸਪੀਸ਼ੀਜ਼ ਇੰਡੀਆ ਦੇ ਛੋਟੇ ਜਿਹੇ ਏਰੀਆ 'ਚ ਰਹਿ ਰਿਹਾ, ਵਿਚ ਇਜ਼ ਐਕਚੁਅਲੀ ਨਾਟ ਛੋਟਾ, 2.4% ਆਫ ਦ ਵਰਲਡ ਏਰੀਆ ਇੰਡੀਆ ਲਵੇ ਹੈ। ਉਹਦੇ ਅੰਦਰ ਪੂਰੇ ਵਰਲਡ ਦੀ 7 ਤੋਂ 8% ਸਪੀਸ਼ੀਜ਼ ਰਹਿ ਰਹੀਆਂ ਨੇ। 40% ਆਫ ਦ ਵਰਲਡਸ ਇਕਨੋਮੀ ਯਾਨੀ ਪੈਸਾ ਵਗੈਰਾ ਜੋ ਵੀ ਹੁੰਦਾ ਹੈ, ਅਮਾਊਂਟ ਜਿਹੜੀ ਹੈ, ਔਰ 80% ਆਫ ਦ ਨੀਡਸ ਆਫ ਪੂਰ ਆਰ ਡਿਰਾਈਵਡ ਫਰੋਮ ਬਾਇਓਲੋਜੀਕਲ ਸੋਰਸਿਸ ਆ। ਜਿੰਨੇ ਵੀ ਆਪਾਂ ਹੁਣ ਪੜ੍ਹ ਰਹੇ ਨਾ ਬਾਇਓਡਾਇਵਰਸਿਟੀ ਦੇ ਅੰਦਰ, ਪਲਾਂਟਸ, ਐਨੀਮਲਸ, ਇਹ ਬਾਇਓਲੋਜੀਕਲ ਰਿਸੋਰਸਿਸ ਹੋ ਗਏ। ਇਹਨਾਂ ਤੋਂ 40%, 40% ਆਫ ਦ ਵਰਲਡ ਦੀ ਇਕਨੋਮੀ ਚੱਲ ਰਹੀ ਹੈ, ਔਰ 80% ਗਰੀਬ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ। ਠੀਕ ਹੈ, ਅੱਗੇ ਡਿਸਕਸ ਕਰਦੇ ਹਾਂ। ਨੈਕਸਟ ਕੁਐਸਚਨ ਇਜ਼ what is importance of Himalayas as biodiversity region of India? ਕਿਉਂ ਜ਼ਰੂਰੀ ਹੈ ਹਿਮਾਲਿਆਜ਼ ਆਪਣੇ ਲਈ? A variety of natural flora and fauna ਤਾਂ ਹਿਮਾਲਿਆਜ਼ ਦੇ ਵਿੱਚ ਹੈਗੀ ਹੈ। Natural vegetation and forms of life are equally diverse, ਯਾਨੀ ਕਿ ਨੈਚੁਰਲ ਵੈਜੀਟੇਸ਼ਨ ਤੁਹਾਨੂੰ ਬਹੁਤ ਅੱਛੀ ਮਿਲ ਜਾਏਗੀ। ਫਾਰਮਸ ਆਫ ਲਾਈਫ ਯਾਨੀ ਬਹੁਤ ਅੱਛੀ ਤੁਹਾਨੂੰ ਅੱਛੀ ਮਤਲਬ ਯੂਨੀਕ ਨਵੀਂ ਸਪੀਸ਼ੀਜ਼ ਮਿਲ ਜਾਣਗੀਆਂ ਉੱਥੇ ਦੇਖਣ ਨੂੰ। ਜਿਵੇਂ ਜਿਵੇਂ ਤੁਸੀਂ ਹਾਈਟਸ ਆਫ ਹਿਮਾਲਿਆਜ਼ 'ਤੇ ਜਾਓਗੇ, ਉਵੇਂ ਉਵੇਂ ਤੁਹਾਨੂੰ ਡਾਇਵਰਸਿਟੀ ਮਿਲਦੀ ਜਾਏਗੀ। ਟ੍ਰੋਪੀਕਲ ਡੈਸੀਡੂਅਸ ਫੋਰੈਸਟ ਹੋ ਗਏ, टेम्परेट माउंटेन फॉरेस्ट हो गए, टेम्परेट ग्रासलैंड्स हो गए, अल्पाइन फॉरेस्ट, अल्पाइन ग्रासलैंड्स,
ਟੁੰਡਰਾ ਵੈਜੀਟੇਸ਼ਨ, ਇਹ ਸਾਰੇ ਤੁਹਾਨੂੰ ਡਿਫਰੈਂਟ ਐਲਟੀਟਿਊਡ ਜ਼ੋਨਸ 'ਤੇ ਮਿਲਣਗੇ ਜਿਵੇਂ ਜਿਵੇਂ ਤੁਸੀਂ ਉੱਪਰ ਉੱਪਰ ਜਾਂਦੇ ਜਾਓਗੇ। India contains about 8% of the world's biodiversity on 2.4% of the earth surface। ਪੂਰੀ ਅਰਥ ਦਾ ਇੰਡੀਆ ਕਿੰਨਾ ਹਿੱਸਾ ਹੈ? 2.4%। ਉਸਦੇ ਵਿੱਚ ਆਪਾਂ 8% ਆਫ ਵਰਲਡ ਦੀ ਬਾਇਓਡਾਇਵਰਸਿਟੀ ਰੱਖ ਕੇ ਬੈਠੇ ਹਾਂ, ਠੀਕ ਹੈ। ਨੈਕਸਟ ਇਜ਼ ਡਿਫਾਈਨ ਕਰਨਾ ਕਿਹਨੂੰ ਦ ਬਾਇਓਟਿਕ ਪ੍ਰੋਵਿੰਸ, ਈਕੋਟੋਨ ਐਂਡ ਬਾਇਓਮ ਨੂੰ। ਬਾਇਓਟਿਕ ਪ੍ਰੋਵਿੰਸ ਇਜ਼ secondary units within a biogeographic zone giving way to a particular community separated by dispersal barriers or gradual change in environmental factors। For example, northwest and western Himalayas either side of Satluj river। ਬਾਇਓਟਿਕ ਪ੍ਰੋਵਿੰਸ ਦੇ ਵਿੱਚ ਕੀ ਹੁੰਦਾ ਨਾ, ਆਪਣਾ ਇੱਕ ਬਾਇਓਜੀਓਗ੍ਰਾਫਿਕ ਜ਼ੋਨ ਹੈ, ਉੱਥੇ ਕੋਈ ਵੀ ਬੈਰੀਅਰ ਲੱਗ ਜੇ ਜਾਂ ਕੋਈ ਗ੍ਰੈਜੂਅਲ ਚੇਂਜ ਹੋ ਜੇ ਤਾਂ ਪਰਟੀਕੂਲਰ 2 ਜਾਂ 3 ਏਰੀਆਜ਼ ਦਾ ਬਣ ਜਾਂਦੇ ਆ, ਤਾਂ ਆਪਾਂ ਇੱਕ ਜਗ੍ਹਾ ਨੂੰ ਜ਼ਿਆਦਾ ਧਿਆਨ ਦੇ ਪਾਉਂਦੇ ਹਾਂ। ਕਹਿਣ ਦਾ ਮਤਲਬ ਜਿਵੇਂ ਸਤਲੁਜ ਰਿਵਰ ਵਿਚਾਲੇ ਜਾ ਰਹੀ ਹੈ ਤਾਂ ਉਹਦੇ ਆਲੇ ਦੁਆਲੇ ਨਾਰਥ ਵੈਸਟ ਔਰ ਵੈਸਟਰਨ ਹਿਮਾਲਿਆਜ਼ 2 ਹਿੱਸੇ 'ਚ ਡਿਵਾਈਡ ਹੋ ਗਏ ਨਾ, ਕਿ ਇੱਕ ਇੱਧਰ ਆ ਗਿਆ, ਇੱਕ ਇੱਧਰ ਆ ਗਿਆ। ਸੋ ਆਪਾਂ ਇੱਕ 'ਤੇ ਚੰਗੀ ਤਰ੍ਹਾਂ ਗੌਰ ਕਰ ਸਕਦੇ, ਦੈਟ ਇਜ਼ ਬਾਇਓਟਿਕ ਪ੍ਰੋਵਿੰਸ। ਈਕੋਟੋਨ ਦੇ ਵਿੱਚ ਕੀ ਹੁੰਦਾ, ਅ ਟ੍ਰਾਂਜੀਸ਼ਨ ਜ਼ੋਨ ਮੇਕਿੰਗ ਐਨ ਓਵਰਲੈਪ ਬਿਟਵੀਨ 2 ਪਲਾਂਟ ਕਮਿਊਨਿਟੀਜ਼। ਇੱਕ ਪਲਾਂਟ ਕਮਿਊਨਿਟੀ ਇੱਧਰ ਹੈ, ਇੱਕ ਇੱਧਰ ਹੈ, ਆ ਵਿਚਾਲੇ ਜਿੱਥੇ ਇਹ ਵੀ ਹੈ, ਦੈਟ ਇਜ਼ ਦ ਈਕੋਟੋਨ। For example, grassland between temperate forest and high altitude cold desert, ठीक है। Next is biome। Biome is an ecological unit, not a biogeographic unit। ਇਹ ecological ਦੀ unit ਹੈ, biogeography ਦੀ unit ਨਹੀਂ ਹੁੰਦੀ। In fact ਅਗਰ ਤੁਸੀਂ 11th ਵਗੈरह ਕਰੋਗੇ, 12th ਅਗਰ ਸਾਇੰਸ 'ਚ ਕਰੋਗੇ, ਉੱਥੇ ਡਿਸਕਸ ਕਰਦੇ ਹਾਂ ਆਪਾਂ ਇਹ ਟੌਪਿਕ ਕਾਫੀ ਹੱਦ ਤੱਕ। A biome is an ecological unit, not a biogeographic unit। A biome such as swamp, wetland or temperate broad-leaved forest can be found in several biogeographic zones or provinces। ਹੁੰਦਾ ਕੀ ਹੈ, ਬਾਇਓਮ ਵੈਸੇ ਮੇਰੇ ਖਿਆਲ ਨਾਲ ਅਰਥ ਨੂੰ ਹੀ ਕਹਿ ਦਿੰਦੇ ਆ, ਅਗਰ ਆਪਾਂ ਆਪਣੇ ਈਕੋਸਿਸਟਮ ਦੀ ਗੱਲ ਕਰੀਏ ਉਹਦੇ ਅਕੋਰਡਿੰਗ। ਸੋ ਤੁਸੀਂ ਦੇਖੋਗੇ ਅਰਥ ਦੇ ਅੰਦਰ ਅੱਗੇ ਬਾਇਓਜੀਓਗ੍ਰਾਫਿਕ ਜ਼ੋਨਸ ਹੈ, ਪ੍ਰੋਵਿੰਸਿਸ ਹੈ, ਠੀਕ ਹੈ। ਨੈਕਸਟ ਇਜ਼ ਲਿਸਟ ਸਮ ਇੰਪੋਰਟੈਂਟ ਫੈਕਟਸ ਅਬਾਊਟ ਇੰਡੀਅਨ ਬਾਇਓਡਾਇਵਰਸਿਟੀ। ਸਭ ਤੋਂ ਪਹਿਲਾਂ, ਇੰਡੀਆ ਇਜ਼ ਹੋਮ ਆਫ 33% ਆਫ ਲਾਈਫ ਫਾਰਮਸ found in the world and is one among the 17 mega diverse countries of the world। ਪੂਰੇ ਵਰਲਡ 'ਚੋਂ 17 ਮੇਗਾ ਡਾਈਵਰਸ ਕੰਟਰੀਜ਼ ਜਿਹੜੀਆਂ ਲਿਸਟ ਕੀਤੀਆਂ ਗਈਆਂ ਸੀ, ਉਸ ਦੇ ਵਿੱਚੋਂ ਇੰਡੀਆ ਇੱਕ ਹੈ। ਐਂਡ ਮੇਰੇ ਖਿਆਲ ਨਾਲ 12th ਨੰਬਰ 'ਤੇ ਆਉਂਦਾ ਹੈ, ਯੂ ਕੈਨ ਚੈੱਕ ਇਟ, ਆਈ ਐਮ ਨਾਟ ਸ਼ੋਰ ਆਫ ਇਟ। ਐਂਡ ਇੰਡੀਆ ਇਜ਼ ਦ ਹੋਮ ਆਫ 33% ਆਫ ਦ ਲਾਈਫ ਫਾਰਮਸ ਫਾਊਂਡ ਇਨ ਦ ਵਰਲਡ। ਨੈਕਸਟ ਇਜ਼ ਇੰਡੀਆ ਕੰਪਰਾਈਜ਼ਸ 2% ਆਫ ਦ ਵਰਲਡ ਦਾ ਲੈਂਡ ਮਾਸ। ਔਰ ਕਿੰਨੀ ਬਾਇਓਡਾਇਵਰਸਿਟੀ? 8% ਬਾਇਓਡਾਇਵਰਸਿਟੀ ਇੰਡੀਆ ਦੇ 2% ਲੈਂਡ ਦੇ ਵਿੱਚ ਰਹਿੰਦੀ ਹੈ। ਇੰਡੀਆ ਕੈਨ ਬੀ ਡਿਵਾਈਡਡ ਇੰਟੂ 10 ਬਾਇਓਜੀਓਗ੍ਰਾਫਿਕ ਜ਼ੋਨਸ। ਇੰਡੀਆ ਦੇ ਅੰਦਰ ਕਿੰਨੇ ਬਾਇਓਜੀਓਗ੍ਰਾਫਿਕ ਜ਼ੋਨਸ ਬਣਾ ਸਕਦੇ ਹਾਂ ਆਪਾਂ? 10। ਔਰ ਬਾਇਓਟਿਕ ਪ੍ਰੋਵਿੰਸਿਸ ਕਿੰਨੇ ਬਣਾ ਸਕਦੇ ਹਾਂ? 26, ਵਿਚ ਰਿਪਰੈਜ਼ੈਂਟ, ਜਿਹਦੇ ਵਿੱਚ ਸਾਰੇ ਇਨ ਦ ਹੈਂਡ ਸਾਰੇ ਕਵਰ ਹੋ ਜਾਂਦੇ ਜਿੰਨੇ ਵੀ ਮੇਜਰ ਇਕੋਸਿਸਟਮਸ ਹੈ। ਔਰ ਇੰਡੀਆ 'ਚ 41 ਬੋਟਨੀਕਲ ਗਾਰਡਨਸ ਹੈ, 120 ਨੈਸ਼ਨਲ ਪਾਰਕਸ ਹੈ, 275 ਜ਼ੂਜ਼ ਹੈ, 504 ਵਾਈਲਡ ਲਾਈਫ ਸੈਂਚुरीज है, 18 बायोस्फीयर रिजर्व्स हैं। There are 50,000 species of plants, 81,000 species of animals identified in the country। Around 60% of biodiversity wealth can be found in Western Ghats, which is one of the hotspots of biodiversity in India। 60% ਤਾਂ ਆਪਾਂ ਨੂੰ Western Ghats ਦੇ ਵਿੱਚ ਹੀ ਮਿਲ ਜਾਏਗੀ। India is a signatory to the international conventions like Convention of International Trade on Endangered Species, which aims at conserving biodiversity। ਇੰਡੀਆ ਜੋ ਹੈ ਉਹ ਕਿਹਦਾ ਸਾਥ ਦੇ ਰਹੀ ਹੈ, ਕਿਹਦੇ ਨਾਲ ਹੈ? ਇੰਟਰਨੈਸ਼ਨਲ ਕਨਵੈਨਸ਼ਨ, ਜਿਵੇਂ ਆਪਣੀ ਬੇਸਿਕਲੀ ਇਸ ਚੀਜ਼ ਨੂੰ ਰੋਕ ਰਹੇ ਨੇ, ਜਿਹੜੀ ਆਪਣੀ ਇੰਡੇਂਜਰਡ ਸਪੀਸ਼ੀਜ਼ ਹੈ ਨਾ, ਇਹਨਾਂ ਨੂੰ ਬਚਾ ਰਹੇ। ਇੰਡੇਂਜਰਡ ਸਪੀਸ਼ੀਜ਼ ਸਮਝ ਰਹੇ ਹੋ? ਇੰਡੇਂਜਰਡ ਸਪੀਸ਼ੀਜ਼ ਹੈ ਜਿਨ੍ਹਾਂ ਦੇ ਬਿਲਕੁਲ ਪੂਰਾ ਖਤਰਾ ਹੈ ਅਗਲੇ ਆਉਣ ਵਾਲੇ 10 ਸਾਲਾਂ, ਕੁਝ ਸਾਲਾਂ ਦੇ ਵਿੱਚ ਐਕਸਟਿੰਕਟ ਹੋਣ ਦਾ, ਉਹਨਾਂ ਨੂੰ ਆਪਾਂ ਬਚਾ ਰਹੇ ਤਾਂ ਕਿ ਆਪਣੀ ਬਾਇਓਡਾਇਵਰਸਿਟੀ ਕੰਜ਼ਰਵ ਹੋ ਸਕੇ। ਆਪਾਂ ਕਹਿੰਦੇ ਕੋਈ ਸਪੀਸ਼ੀਜ਼ ਮਰਦੀ, ਆਪਣਾ ਕੀ ਜਾਂਦਾ, ਇੱਕ ਸਪੀਸ਼ੀਜ਼ ਮਰਦੀ ਹੈ ਆਪਣੇ ਨਾਲ ਕਿੰਨੀ ਸਪੀਸ਼ੀਜ਼ ਨੂੰ ਬਰਬਾਦ ਕਰ ਦਿੰਦੀ ਹੈ। ਕੋਈ ਉਹਦਾ ਖਾਣਾ ਸੀ, ਕੋਈ ਉਸਨੂੰ ਖਾਣ ਵਾਲਾ ਸੀ, ਜਾਂ ਉਹ ਜਿਹਨੂੰ ਖਾਂਦੀ ਸੀ ਉਹਦੀ ਸਪੀਸ਼ੀਜ਼ ਜ਼ਿਆਦਾ ਹੋ ਜਾਂਦੀ ਹੈ। ਇਹ ਸਾਰੇ ਵੈਸੇ 12th 'ਚ ਪੜ੍ਹਾਇਆ ਜਾਂਦਾ ਹੈ, ਤੁਹਾਡੇ ਕੰਮ ਦਾ ਨਹੀਂ ਹੈ, ਲੇਕਿਨ ਇਹ ਸਮਝ ਲਓ ਐਵਰੀ ਸਪੀਸ਼ੀਜ਼ ਇਜ਼ ਇੰਪੋਰਟੈਂਟ। ਕੋਈ ਵੀ ਸਪੀਸ਼ੀਜ਼ ਇੱਦਾਂ ਨਹੀਂ ਹੈ ਕਿ ਆਪਾਂ ਕਹਿ ਦਈਏ ਕਿ ਖਤਮ ਹੋ ਜਾਏਗੀ ਤਾਂ ਆਪਣਾ ਕੀ ਜਾਂਦਾ ਹੈ। ਇੰਡੀਆ ਇਜ਼ ਹੋਮ ਟੂ 40 ਵਰਲਡ ਹੈਰੀਟੇਜ ਸਾਈਟਸ and 75 Ramsar wetlands, and yeah, it's among the protected areas। ਅੱਗੇ ਚੱਲਦੇ ਹਾਂ। ਇਹ ਸਾਰੇ ਕੁਐਸਚਨ ਮੇਰੇ ਸਿਰਫ ਰੀਡ ਕਰਨ ਵਾਲੇ ਆ, ਮੈਂ ਕਿਆ ਸਮਝਾਉਂ ਇਹਨਾਂ 'ਚ। ਰਾਈਟ ਅ ਡਿਟੇਲਡ ਅਕਾਊਂਟ ਔਨ ਬਾਇਓਸਫੀਅਰ ਰਿਜ਼ਰਵਸ ਇਨ ਇੰਡੀਆ। ਦੇਖ ਲਓ ਬਾਈ, 1986 ਦੇ ਵਿੱਚ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਤਮਿਲਨਾਡੂ, ਕੇਰਲਾ, ਕਰਨਾਟਕਾ ਦੇ ਅੰਦਰ। ਇਹਦੀ ਟਿਪੀਕਲ ਜਿਹੜੀ ਫੌਨਾ ਹੈ ਇੱਥੋਂ ਦੇ ਉਹ ਕਿਹੜੇ ਹੈ? ਨੀਲਗਿਰੀ ਤਾਰ, ਟਾਈਗਰ, ਲਾਈਨ ਟੇਲਡ ਮਕੈਕ। ਉਸ ਤੋਂ ਬਾਅਦ ਏਰੀਆ ਦਿੱਤਾ ਹੋਇਆ ਹੈ। ਆਈ ਡੋਂਟ ਥਿੰਕ ਮੈਨੂੰ ਇਹਨੂੰ ਸਮਝਾਉਣ ਦੀ ਲੋੜ ਹੈ, ਸਿੰਪਲੀ ਇਹਨੂੰ ਸਕਰੀਨਸ਼ਾਟ ਲਓ, ਨਵੇੜੋ ਕੰਮ, ਬਾਅਦ 'ਚੋਂ ਇਹਨੂੰ ਰਿਵਾਈਜ਼ ਕਰਦੇ ਰਹੋ ਆਪਣਾ। ਬਾਕੀ ਮੈਂ PDF ਦੇ ਦੂੰਗੀ ਅਗਰ ਤੁਹਾਨੂੰ ਸਮਝਣਾ ਹੀ ਹੈ। ਮੈਂ ਰੀਡ ਕਰ ਦਿੰਦੀ ਹਾਂ।
Nanda Devi Biosphere Reserve, Gulf of Mannar, Nokrek, Manas, Sundarbans, Simlipal. Let me zoom it, मैंने दिख नहीं रहा. Dihang Dibang. Next is Panchmari Biosphere Reserve, Achin Kamar Amarkantak Biosphere Reserve, Great Run of Kutch, Cold Desert. ਨੈਕਸਟ ਇਹਦਾ ਤੁਸੀਂ ਦੇਖ ਸਕਦੇ ਹੋ ਸਾਰੇ ਦਿੱਤੇ ਆ ਪੰਨਾ ਵਗੈਰਾ. ਮੈਨੂੰ ਇਸ 'ਚ ਕਿਆ ਸਮਝਾਇਆ, ਮੈਨੂੰ ਇਹ ਨਹੀਂ ਸਮਝ ਆਉਂਦੇ ਦਿੰਦੇ ਕਿਉਂ ਹੈ ਬੱਚੇ, ਕਿਆ ਯਾਦ ਕਰਨ ਇਸ 'ਚੋਂ, ਇਸ ਕੁਐਸਚਨ 'ਚੋਂ. ਨੈਕਸਟ ਇਜ਼ ਇੰਟਰੋਡਿਊਸ ਐਨੀ 4 ਨੈਚੁਰਲ ਵੰਡਰਸ ਫਾਊਂਡ ਇਨ ਦ ਇੰਡੀਆ. ਕਿਹੜੇ ਕਿਹੜੇ? ਲੋਨਾਰ ਲੇਕ, ਗੰਡੀਕੋਟਾ ਕੈਨਿਓਨ, ਲੋਕਟਕ ਲੇਕ ਐਂਡ ਮੈਗਨੈਟਿਕ ਹਿਲ. ਇਹਨਾਂ ਚਾਰਾਂ ਬਾਰੇ ਡਿਸਕਸ ਕਰਦੇ ਹਾਂ. ਸਭ ਤੋਂ ਪਹਿਲਾਂ ਲੋਨਾਰ ਲੇਕ. ਇਟ ਇਜ਼ ਆਲਸੋ ਨੋਨ ਐਜ਼ ਦ ਲੋਨਾਰ ਕ੍ਰੇਟਰ and is a notified national geoheritage monument. Saline Soda Lake है located at Lonar in Buldhana district, Maharashtra, India ਦੇ ਵਿੱਚ. Lonar Lake was created by an asteroid collision with Earth impact during the Pleistocene epoch. Actually ਹੋਇਆ ਕੀ ਸੀਗਾ, ਐਸਟਰੋਇਡ ਕੋਲੀਜਨ ਸਮਝਦੇ ਹੋ, ਏਅਰ ਦੇ ਸਪੇਸ ਦੇ ਵਿੱਚੋਂ ਜੋ ਆਪਣੇ ਐਸਟਰੋਇਡ ਆਇਆ ਉਸਨੇ ਅਰਥ 'ਤੇ ਕੋਲਾਈਡ ਕੀਤਾ, ਉੱਥੇ ਲੋਨਾਰ ਲੇਕ ਬਣ ਗਈ. ਇਟ ਇਜ਼ ਨੋਟੀਫਾਈਡ ਨੈਸ਼ਨਲ ਜਿਓ ਹੈਰੀਟੇਜ ਮੂਵਮੈਂਟ. ਇਹਦਾ ਮਤਲਬ ਸਮਝ ਰਹੇ, ਨੈਸ਼ਨਲ ਯਾਨੀ ਕਿ ਪੂਰੇ ਨੈਸ਼ਨਲ ਲੈਵਲ 'ਤੇ ਜਿਓ ਹੈਰੀਟੇਜ ਸਮਝਦੇ ਹੋ ਯਾਰ. ਮਤਲਬ ਐਕਚੁਅਲੀ ਵਰਡਸ ਨੇ ਇੰਗਲਿਸ਼ ਦੇ, ਮੈਂ ਉਹਨੂੰ ਪੰਜਾਬੀ 'ਚ ਕਿਵੇਂ ਕਰਾਂ ਮੈਨੂੰ ਇਹ ਨਹੀਂ ਸਮਝ ਆ ਰਿਹਾ. ਮਤਲਬ ਮੈਨੂੰ ਕਿਵੇਂ ਸਮਝਾਵਾਂ ਇਹ ਨਹੀਂ ਸਮਝ ਆ ਰਿਹਾ. ਜਿਓ ਹੈਰੀਟੇਜ ਮੋਨੂਮੈਂਟ ਸਮਝਦੇ ਹੋ. ਹੈਰੀਟੇਜ ਹੁੰਦੀ ਹੈ ਕੋਈ ਨਾਇਆਬ ਚੀਜ਼, ਜਿਵੇਂ ਆਪਣੀ ਇੰਡੀਆ ਦੀ ਨਾਇਆਬ ਚੀਜ਼ ਹੋ ਗਈ ਹੈ, ਠੀਕ ਹੈ. ਅੱਗੇ ਹੈ incredibly old at 50,000 years. Lunar crater is the youngest and best preserved impact crater formed in basalt rock and is only its kind on Earth. इकलौता है अर्थ ਤੇ, youngest है और 50 ਸਾਲ ਤੋਂ ਉੱਪਰ ਹੋ ਚੁੱਕਿਆ, ਇਹਨੂੰ ਪੁਰਾਣਾ ਹੋ ਚੁੱਕਿਆ ਹੈ. ਨੈਕਸਟ ਇਜ਼ ਗੰਡੀਕੋਟਾ ਕੈਨਿਓਨ with striking grandeur reminiscent of US's majestic Grand Canyon. Gandikota is 300 feet deep valley located in Kadapa district of Andhra Pradesh, believed to be more than 1,000 years old. 1000 ਸਾਲ ਤੋਂ ਵੀ ਉੱਪਰ ਹੈ ਇਹ. ਡੀਪ ਵੈਲੀ ਹੈ, 300 feet deep valley ਹੈ ਇਹ, ਖਾਈ ਹੈ ਇਹ. The canyon is also known for 13th century Gandikota fort, an intricately carved citadel made of red sandstone. Citadel ਪਤਾ ਹੈ, ਪੜ੍ਹਾਇਆ ਜਾਂਦਾ ਆਪਣਾ, ਅਗਰ ਹਿਸਟਰੀ ਵਗੈਰਾ ਪੜ੍ਹੀ ਹੋਵੇ ਸਿਵਲਾਈਜੇਸ਼ਨ ਦੇ ਅੰਦਰ ਪੜ੍ਹਾਇਆ ਜਾਂਦਾ ਸਿਟਾਡਲ. ਸੋ ਹੁੰਦਾ ਕੀ ਹੈ, ਆਪਾਂ ਜੋ ਇਹਦੀ ਗੱਲ ਕਰ ਰਹੇ ਕੈਨਿਓਨ ਦੀ, ਕੈਨਿਓਨ ਜੋ ਹੈ 13th ਸੈਂਚੁਰੀ ਦਾ ਗੰਡੀਕੋਟਾ ਫੋਰਟ ਹੈ, ਉਹਦੇ ਕਰਕੇ ਫੇਮਸ ਹੈ ਇਹ, ਵਿਚ ਵਾਜ਼ ਐਨ ਇੰਟ੍ਰਿਕੇਟਲੀ ਕਾਰਵਡ ਸਿਟਾਡਲ, ਰੈਡ ਸੈਂਡਸਟੋਨ ਦਾ, ਠੀਕ ਹੈ. ਨੈਕਸਟ ਇਜ਼ ਲੋਕਟਕ ਲੇਕ. ਲੋਕਟਕ ਲੇਕ ਇਜ਼ ਦ ਲਾਰਜੈਸਟ ਫਰੈਸ਼ ਵਾਟਰ ਲੇਕ ਇਨ ਨਾਰਥ ਈਸਟ ਇੰਡੀਆ. ਔਰ ਇਹ ਫੇਮਸ ਕਿਹਦੇ ਲਈ ਹੈ? ਫੁਮਦੀਜ਼ ਦੇ ਲਈ. heterogeneous mass of vegetation, soil and organic matter at various stages of decomposition. ਕੋਈ ਪੂਰਾ ਡੀਕੰਪੋਜੀਸ਼ਨ ਹੋ ਚੁੱਕਿਆ ਹੈ, ਕੋਈ ਨਹੀਂ ਹੋਇਆ, ਕੋਈ ਚੱਲ ਰਿਹਾ, ਹੁਣ ਉਹਦੇ ਉੱਪਰ ਤੈਰ ਰਹੇ ਹੈ. resembling miniature islands, ਛੋਟੇ ਛੋਟੇ ਆਈਲੈਂਡਸ ਬਣੇ ਹੋਏ ਹੈ. these fumdis are found in various forms. ਦੱਸਿਆ ਨਾ various forms ਦੇ ਵਿੱਚ ਹੈ. floating on the picturesque freshwater lake that serves as lifeline for the communities living around it. ਯਾਨੀ ਕਿ ਕਿਉਂਕਿ ਫਰੈਸ਼ ਵਾਟਰ ਲੇਕ ਹੈ, ਸੋ ਬਹੁਤ ਸਾਰੀ ਕਮਿਊਨਿਟੀਜ਼ ਦੀ ਜਿਹੜੀ ਲਾਈਫ ਹੈ ਉਹ 'ਤੇ ਡਿਪੈਂਡ ਕਰਦੀ ਹੈ. ਖੇਬੁਲ ਲਮਜਾਓ ਨੈਸ਼ਨਲ ਪਾਰਕ ਲੋਕੇਟਡ ਐਟ ਦ ਸਾਊਥ ਵੈਸਟਰਨ ਪਾਰਟ ਆਫ ਦ ਲੇਕ ਦਿੱਤੀ ਹੋਈ ਹੈ, ਔਰ ਇੱਕ ਪਾਰਕ ਦਾ ਨਾਮ ਦਿੱਤਾ ਹੋਇਆ ਜੋ ਕਿ ਇਸ ਲੇਕ ਦੇ ਸਾਊਥ ਵੈਸਟਰਨ ਪਾਰਟ 'ਤੇ ਹੈ. ਇਟ ਇਜ਼ ਦ ਵਰਲਡਸ ਓਨਲੀ ਫਲੋਟਿੰਗ ਨੈਸ਼ਨਲ ਪਾਰਕ ਐਂਡ ਇਜ਼ ਹੋਮ ਟੂ ਇੰਡੇਂਜਰਡ ਮਨੀਪੁਰੀ ਬਰਾਓ ਐਂਟਲਰਡ ਡੀਅਰ ਸੰਗਾਈ. ਕੀ ਕਿਹਾ ਇਹਨਾਂ ਨੇ? ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਇਸ 'ਚ ਫਲੋਟਿੰਗ ਆਈਲੈਂਡਸ ਵੈਸੇ ਫਲੋਟਿੰਗ ਹੀ ਹੁੰਦੇ ਆ, ਬਟ ਇਹ 'ਚ ਬਹੁਤ ਸਾਰੇ ਮਿਨੀਏਚਰ ਆਈਲੈਂਡਸ ਹੈ ਔਰ ਇੱਕ ਨੈਸ਼ਨਲ ਪਾਰਕ ਸਾਊਥ ਵੈਸਟਰਨ 'ਤੇ ਬਣਿਆ ਹੋਇਆ ਹੈ, ਠੀਕ ਹੈ. ਔਰ ਇਹ ਵਰਲਡ ਦਾ ਓਨਲੀ ਫਲੋਟਿੰਗ ਨੈਸ਼ਨਲ ਪਾਰਕ ਹੈ, ਔਰ ਇਹਦੇ ਅੰਦਰ ਇੱਕ ਐਂਡੇਂਜਰਡ ਸਪੀਸ਼ੀਜ਼ ਰਹਿੰਦੀ ਹੈ, ਕਿਹੜੀ? ਮਨੀਪੁਰੀ ਬਰਾਓ ਐਂਟਲਰਡ ਡੀਅਰ ਵਿਚ ਇਜ਼ ਸੰਗਾਈ. The biodiversity hotspot is also home to 233 species of aquatic plants, more than 100 species of bird and 425 species of animals. Next is Magnetic Hill. Magnetic Hill is a gravity hill. A gravity hill एक ऐसी जगह है where the layout of the surrounding land produces an optical illusion, making a slight downward slope appear to be an uphill slope. मतलब कि मैग्नेटिक हिल एक ग्रेविटी हिल है. ग्रेविटी हिल एक ऐसी जगह होती है where the layout of the surroundings, यानी surroundings ਦਾ arrangement ਇੱਦਾਂ ਦਾ ਹੁੰਦਾ ਹੈ ਕਿ ਇੱਕ optical illusion create ਹੁੰਦਾ. optical illusion ਸਮਝ ਰਹੇ ਹੋ, ਅੱਖਾਂ ਦਾ ਧੋਖਾ, ਯਾਨੀ ਕਿ ਤੁਹਾਨੂੰ
दिखेगा अपहिल स्लोप की चढ़ाई जो ऊपर ਨੂੰ ਜਾ ਰਹੀ ਹੈ, ਬਟ ਐਕਚੁਅਲ ਜੋ ਨੀਚੇ ਨੂੰ ਹੋਏਗੀ, ਮੇਕਿੰਗ ਅ ਸਲਾਈਟ ਨਾਟ ਕੰਪਲੀਟ ਸਲਾਈਟ ਡਾਊਨਵਰਡ ਸਲੋਪ ਹੋਏਗਾ, ਯਾਨੀ ਢਲਾਨ ਨੀਚੇ ਨੂੰ ਹੋਏਗੀ, ਬਟ ਇਟ ਅਪੀਅਰਸ ਟੂ ਬੀ ਐਨ ਅਪਹਿਲ ਸਲੋਪ। ਇਹ ਕਿੱਥੇ? ਲੇਹ ਲਦਾਖ ਦੇ ਵਿੱਚ ਆਪਣੀ ਯੂਨੀਅਨ ਟੈਰੀਟਰੀ ਹੈ, ਉੱਥੇ ਲੋਕੇਟਡ ਆ ਉਹਦੇ ਨੇੜੇ। The layout of the surrounding slopes create an optical illusion that the downhill road is actually an uphill road। ठीक है। ऑब्जेक्ट्स और जो कार्स जो हैं वो ऐसा लगता है कि दे अपीयर टू रोल अपहिल, कि वो ऊपर जा रहे ने एंड ग्रेविटी दे उल्टा चल रहे ने, ग्रेविटी नीचे ਨੂੰ ਹੁੰਦੀ ਹੈ ਲੇਕਿन ਉੱਪਰ ਨੂੰ ਜਾ ਰਹੇ ਨੇ, ਇਨਫੈਕਟ ਉਹ ਨੀਚੇ ਹੀ ਆ ਰਹੇ ਹੁੰਦੇ हैं। ठीक है, ਅੱਗੇ ਚੱਲਦੇ ਹਾਂ। ਡਿਸਕਸ ਰੀਜਨਲ ਬਾਇਓਡਾਇਵਰਸਿਟੀ ਐਂਡ ਇਕੋਲੋਜੀਕਲ ਰੀਜਨਸ ਆਫ ਪੰਜਾਬ। ਕਿਹੜੀ ਕਿਹੜੀ ਹੈ? ਬਿਆਸ ਕੰਜ਼ਰਵੇਸ਼ਨ ਰਿਜ਼ਰਵ 185 किलोमीटर stretch from Shivalik foothills to Harike। Harike wetlands, फिर a confluence point of Satluj and Byas। Next is Kanjli wetlands, Kaliven wetlands। ਉਸ ਤੋਂ ਬਾਅਦ ਹੈ ਨੰਗਲ ਵਾਈਲਡ ਲਾਈਫ ਸੈਂਚੁਰੀ, stretches of Satluj and Shivalik's foothill zone। Man-made Roped wetlands of Satluj, Keshwapur Miani community reserves in Baridwar। Next is write a note on UNESCO intangible heritage sites in India। There are a total of 13 intangible cultural heritage elements in India। In 2003, UNESCO included them in cultural heritage to protect the areas of intangible cultural heritage। ਸਿੰਪਲ ਜੀ ਗੱਲ ਹੈ, ਯੂਨੈਸਕੋ ਨੇ 13 ਕਲਚਰਲ ਹੈਰੀਟੇਜ ਐਲੀਮੈਂਟਸ ਬਣਾਏ ਇੰਡੀਆ ਦੇ ਵਿੱਚ, ਜਿਨ੍ਹਾਂ ਦੇ ਨਾਮ ਦਿੱਤੇ ਹੋਏ ਆ। ਸਕਰੀਨਸ਼ਾਟ ਲੈ ਲਓ, ਜਿਹਨੇ ਪੜ੍ਹਨਾ ਪੜ੍ਹ ਲਓ, ਜਿਹਨੂੰ ਯਾਦ ਰਹਿ ਜਾਏਗਾ ਲਿਖ ਲਿਖ ਕੇ ਯਾਦ ਕਰੋਗੇ ਹੋ ਜਾਏਗਾ, ਕੋਈ ਇੰਨਾ ਖਾਸ ਨਹੀਂ ਹੈ, ਸਕਰੀਨਸ਼ਾਟ ਲੈ ਲਓ ਇਹਦਾ। ਠੀਕ ਹੈ। ਨੈਕਸਟ ਇਜ਼ ਰਾਈਟ ਦ ਨੋਟਸ ਔਨ ਬੋਰਾ ਕੇਵਸ, ਗੰਡੀਕੋਟਾ ਕੈਨਨ ਜੋ ਕਿ ਆਪਾਂ ਕਰ ਚੁੱਕੇ, ਮੈਂ ਦੁਬਾਰਾ ਨਹੀਂ ਕਰਵਾਉਂਗੀ। ਨੈਚੁਰਲ ਵੰਡਰਸ ਆਫ ਦ ਵਰਲਡ। ਨੈਕਸਟ ਇਜ਼ ਬਾਇਓਡਾਇਵਰਸਿਟੀ ਦੀ ਕੰਜ਼ਰਵੇਸ਼ਨ। ਸਟਾਰਟ ਕਰਦਾ ਬੋਰਾ ਕੇਵਸ ਤੋਂ। ਦ ਬੋਰਾ ਕੇਵਸ ਆਲਸੋ ਕਾਲਡ ਦ ਬੋਰਾ ਗੁਹਾਲੂ are located on the east coast of the India in the Anantagiri hills of Araku Valley, with hill ranges elevation varying from 800 to 1300 meter यानी 2600 तो 4300 फीट तक of विशाखापट्टनम डिस्ट्रिक्ट इन आंध्र प्रदेश। की क्या मैंने जो बोरा केव्स है, केव्स ਕਹਿੰਦੇ ਗੁਫਾ ਜਿਹਨੂੰ ਆਪਾਂ ਬੋਰਾ ਗੁਹਾਲੂ ਵੀ ਕਹਿ ਰਹੇ ਹਾਂ, ਇਹ ਈਸਟ ਕੋਸਟ ਆਫ ਇੰਡੀਆ ਦੇ ਵਿੱਚ ਹੈ। ਔਰ ਕਿੱਥੋਂ ਸਟਾਰਟ ਹੁੰਦੀ ਹੈ? ਇਟ ਇਜ਼ ਇਨ ਦ ਅਨੰਤਗਿਰੀ ਹਿਲਸ ਆਫ ਅਰਾਕੂ ਵੈਲੀ। ਅਰਾਕੂ ਵੈਲੀ ਜੋ ਹੈ ਉੱਥੋਂ ਦੀ ਅਨੰਤਗਿਰੀ ਹਿਲਸ ਦੇ ਵਿੱਚ ਹੁੰਦੀ ਹੈ। ਇਹਦੀ ਹਿਲ ਦੀ ਰੇਂਜਸ ਕਿੱਥੋਂ ਜਾਂਦੇ ਹੈ? 2600 ਤੋਂ 4300 ਫੀਟ ਦੇ ਵਿੱਚ। ਔਰ ਕਿਹੜਾ ਡਿਸਟ੍ਰਿਕਟ ਹੈ? ਵਿਸ਼ਾਖਾਪਟਨਮ। ਕਿਹੜੀ ਜਗ੍ਹਾ ਦਾ? ਆਂਧਰ ਪ੍ਰਦੇਸ਼ ਦਾ। ਠੀਕ ਹੈ। ਦ ਕੇਵਸ ਇਜ਼ ਵਨ ਆਫ ਦ ਲਾਰਜੈਸਟ ਇਨ ਦ ਕੰਟਰੀ at an elevation of about 705 meter, distinctly exhibit a variety of speleothems ranging in size and irregular shaped stalactites and stalagmites। नेक्स्ट है ਆਪਾਂ ਕਰ ਚੁੱਕਾ ਹੈ natural wonders of the world। natural wonders of the world what we consider as 7 wonders of world are all human made, सारे human ने बनाए हैं। but what most people don't know is that mother nature has its wonder to offer even before human existed। humans से पहले ही nature ने अपने wonders दे ਦਿੱਤੇ ਸੀ with a lot of stunning beaches and mountains around the world। ਆਪਾਂ ਕਹਿ ਨਹੀਂ ਸਕਦੇ ਇਨਸਾਨ ਜੋ ਹੈ ਉਹ ਕਦੇ ਵੀ ਨੇਚਰ ਦਾ ਵਰਕ ਬੀਟ ਨਹੀਂ ਕਰ ਸਕਦਾ, ਉਹਨੂੰ ਟੱਕਰ ਨਹੀਂ ਦੇ ਸਕਦਾ। ਸੋ ਆਪਾਂ ਆਪਣੇ ਨੈਚੁਰਲ ਵੰਡਰਸ ਦੀ ਗੱਲ ਕਰੀਏ, 7 ਨੈਚੁਰਲ ਵੰਡਰਸ ਆਫ ਦ ਵਰਲਡ ਆਰ ਨੈਚੁਰਲੀ ਅਕਰਿੰਗ aurora borealis of northern lights, the Victoria Falls, Mount Everest, then Pericute volcano, Grand Canyon, and the Great Barrier Reef and Rio de Janeiro। Next is biodiversity conservation। so biodiversity is being depleted ਹਮੇਸ਼ਾ, ਜਿਵੇਂ ਤੁਸੀਂ ਟਾਈਮ ਚੱਲ ਰਿਹਾ ਬਾਇਓਡਾਇਵਰਸਿਟੀ ਡੇ ਬਾਏ ਡੇ ਡਿਪਲੀਟ ਹੋ ਰਹੀ ਹੈ ਕਿਉਂਕਿ ਹੈਬਿਟੇਟ ਖਤਮ ਹੋ ਰਿਹਾ ਹੈ, ਫਰੈਗਮੈਂਟੇਸ਼ਨ ਹੋ ਰਿਹਾ ਹੈਬਿਟੇਟ ਦਾ, ਓਵਰ ਐਕਸਪਲੋਇਟੇਸ਼ਨ ਹੋ ਰਹੀ ਹੈ। ਹਿਊਮਨ ਜਿਹੜਾ ਹੈ ਲੱਗਿਆ ਹੋਇਆ ਹੈ ਆਪਣੀ ਗਰੀਡ ਦੇ ਚੱਕਰ 'ਚ ਇਕੋਸਿਸਟਮ ਬਰਬਾਦ ਕਰਨ। ਕਲਾਈਮੇਟ ਚੇਂਜ ਹੋ ਰਿਹਾ ਹੈ, ਪੋਲਿਊਸ਼ਨ ਕਰਕੇ ਐਗਜ਼ੋਟਿਕ ਸਪੀਸ਼ੀਜ਼ ਮਰ ਰਹੀਆਂ ਨੇ ਐਂਡ ਡਿਸੀਜ਼ ਹੋ ਰਹੇ ਨੇ, ਕਲਟੀਵੇਸ਼ਨ ਸ਼ਿਫਟ ਹੋ ਰਿਹਾ ਹੈ। ਇਹ ਸਾਰੇ ਕਾਰਨਾਂ ਕਰਕੇ ਬਾਇਓਡਾਇਵਰਸਿਟੀ ਜੋ ਹੈ ਖਤਮ ਹੋ ਰਹੀ ਹੈ ਕਿਉਂਕਿ ਹਿਊਮਨ ਤਾਂ ਸਾਰੇ ਮਜ਼ੇ ਲੈ ਰਿਹਾ ਬਾਇਓਡਾਇਵਰਸਿਟੀ ਤੋਂ। ਦੇ ਸ਼ੁੱਡ ਟੇਕ ਪ੍ਰੋਪਰ ਕੇਅਰ ਆਫ ਪ੍ਰੀਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ in all its form and good health for future generation। so human being ਨੂੰ ਕੀ ਕਰਨਾ ਚਾਹੀਦਾ ਹੈ? ਬਾਇਓਡਾਇਵਰਸਿਟੀ ਦੀ ਡਿਗਰੇਡੇਸ਼ਨ ਨਾ ਹੋਏ, ਡਿਸਟਰਕਸ਼ਨ ਨਾ ਹੋਏ, ਸੋ ਧਿਆਨ ਰੱਖਣਾ ਚਾਹੀਦਾ। ਹੈਬਿਟੇਟਸ ਜਿਹੜੇ ਹੈ ਉਹ ਖਰਾਬ ਨਾ ਹੋਣ ਬਾਇਓਡਾਇਵਰਸਿਟੀ ਦੇ, ਤਾਂ ਕਿ ਬਾਇਓਡਾਇਵਰਸਿਟੀ ਮੇਨਟੇਨ ਰਹੇ ਇੱਕ ਆਪਟੀਮਮ ਲੈਵਲ 'ਤੇ। ਠੀਕ ਹੈ। ਆਹ ਮੈਪਸ ਦਿੱਤੇ ਹੋਏ ਆ, ਇੱਕ ਵਾਰ ਦੇਖ ਲਓ। ਆ ਟਰਾਂਸ ਹਿਮਾਲਿਆ ਰੀਜਨ ਹੈ, ਇਹ ਹਿਮਾਲਿਆ ਰੀਜਨ ਆ ਗਿਆ, ਇਹ ਵੀ ਹਿਮਾਲਿਆ ਰੀਜਨ ਹੋ ਗਿਆ। ਦਿਸ ਇਜ਼ ਗੰਗਾ ਜਮੁਨਾ ਪਲੇਨਸ, ਦਿਸ ਇਜ਼ ਡੈਕਨ ਪੈਨੀਸੂਲਰ ਪਲੇਟਿਊ। This is semi-arid region, this is desert region, this is northeast। आपने ईस्टर्न घाट्स हो गए, what I'm speaking, ईस्टर्न घाट्स, वेस्टर्न घाट्स, लक्षद्वीप, अंडमान निकोबार,
ये अपने सारे बायोजियोग्राफिक जोन्स है ਜਿਹੜੇ 10 ਮੈਂ ਗੱਲ ਕੀਤੀ ਸੀ, ਠੀਕ ਹੈ, ਉਹ ਹੈ। ਅੱਗੇ ਚੱਲਦੇ ਹਾਂ। ਨੈਕਸਟ ਇਜ਼ ਰਾਮਸਰ ਕਨਵੈਨਸ਼ਨ ਸਾਈਟਸ ਜਿਹੜੀਆਂ ਨੇ ਦਿੱਤੀਆਂ ਹੋਈਆਂ, ਦੇਖ ਲਓ, ਅਗਰ ਪੁੱਛ ਲੈਣ ਐਗਜ਼ਾਮਸ ਤੁਹਾਨੂੰ ਪਤਾ ਹੋਣਾ ਚਾਹੀਦਾ। ਸੁੰਦਰਬਨ ਇੱਥੇ ਹੈ ਵੈਸਟ ਬੰਗਾਲ ਦੇ ਵਿੱਚ, ਭੋਜ ਮੱਧ ਪ੍ਰਦੇਸ਼, ਲੋਨਾਰ ਮਹਾਰਾਸ਼ਟਰਾ, ਠੀਕ ਹੈ, ਹਰੀਕੇ ਪੰਜਾਬ 'ਚ ਹੈ, ਚੰਦਰਤਾਲ ਹਿਮਾਚਲ ਪ੍ਰਦੇਸ਼ 'ਚ ਹੈ, ਵੁਲਾਰ ਜੰਮੂ ਕਸ਼ਮੀਰ 'ਚ ਹੈ, ਠੀਕ ਹੈ। ਅੱਗੇ ਚੱਲਦੇ ਹਾਂ। ਨੈਕਸਟ ਇਜ਼ ਪੰਜਾਬ ਰਾਮਸਰ ਕਨਵੈਨਸ਼ਨ ਸਾਈਟਸ ਫਿਰ ਤੋਂ ਆ ਗਈਆਂ। ਆ ਸੀਗਾ ਰਾਵੀ ਔਰ ਬਿਆਸ ਦੇ ਵਿੱਚ, ਕੇਸ਼ਵਪੁਰ ਮਿਆਨੀ, ਆ ਪੰਜਾਬ 'ਚ ਹਰੀਕੇ, ਆ ਕਾਂਜਲੀ, ਨੰਗਲ, ਰੋਪੜ, ਠੀਕ ਹੈ। ਅੱਗੇ ਹੈ ਮੇਜਰ ਯੂਨੈਸਕੋ ਹੈਰੀਟੇਜ ਸਾਈਟਸ ਜਿਹੜੀ ਆਪਾਂ ਡਿਸਕਸ ਕੀਤੀਆਂ ਸੀ, ਜਿਹਦੇ ਮੈਂ ਤੁਹਾਨੂੰ ਸਕਰੀਨਸ਼ਾਟ ਲੈਣ ਨੂੰ ਕਿਹਾ ਸੀ। ਛੋਲਾ ਟੈਂਪਲ, ਐਲੋਰਾ ਕੇਵਸ, ਜਨਤਾ ਕੇਵਸ, ਕੋਨਾਰਕ ਸਨ ਟੈਂਪਲ, ਸੁੰਦਰਬਨਸ ਨੈਸ਼ਨਲ ਪਾਰਕ, ਤਾਜ ਮਹਿਲ, ਰੈਡ ਫੋਰਟ, ਜੰਤਰ ਮੰਤਰ ਜੈਪੁਰ, ਠੀਕ ਹੈ, ਦੇਖ ਲਿਓ। ਉਸ ਤੋਂ ਬਾਅਦ ਹੈ ਆਪਣੇ ਬਾਇਓਸਫੀਅਰ ਰਿਜ਼ਰਵਸ ਕਿਹੜੇ ਕੋਲਡ ਡੈਜ਼ਰਟ, ਨੰਦਾ ਦੇਵੀ, ਰਨ ਆਫ ਕੱਚ, ਕੰਚਨਜੰਗਾ, ਨੌਕਰੇਕ, ਸੁੰਦਰਬਨ ਐਂਡ ਸਿਮਲੀਪਾਲ ਔਰ ਗਲਫ ਆਫ ਮਨਾਰ ਹੈ, ਠੀਕ ਹੈ। ਸੋ ਇੱਥੇ ਆਪਣਾ ਚੈਪਟਰ ਖਤਮ ਹੁੰਦਾ ਹੈ। ਆਈ ਹੋਪ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर वाचिंग द वीडियो।